Hello, good evening to all of you. Welcome you all at Good Luck Institute. And my name is Gagandeep Kaur. And ਆਪਾਂ ਮਾਸਟਰ ਕੇਡਰ ਇੰਗਲਿਸ਼ ਦੇ ਲਈ ਇੰਗਲਿਸ਼ ਲਿਟਰੇਚਰ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਆਪਾਂ ਆਲਰੇਡੀ ਥੋੜ੍ਹੀ ਜਿਹੀ ਬਰੀਫ ਦੇ ਵਿੱਚ ਇਹਦੀ ਲਿਟਰੇਚਰ ਦੀ ਹਿਸਟਰੀ ਡਿਸਕਸ ਕਰ ਚੁੱਕੇ ਹਾਂ। ਅੱਜ ਆਪਾਂ ਆਪਦਾ ਮੇਨ ਜਿਹੜਾ ਟੌਪਿਕ ਹੈ ਐਲੀਜ਼ਾਬੇਥਨ ਏਜ ਉਹਨੂੰ ਸਟਾਰਟ ਕਰਨ ਜਾ ਰਹੇ ਹਾਂ। ਸੋ ਫਸਟ ਆਫ ਆਲ ਆਈ ਵਾਂਟ ਟੈਲ ਯੂ ਕਿ ਐਲੀਜ਼ਾਬੇਥਨ ਏਜ ਜਿਹੜੀ ਉਹਦੀ ਟਾਈਮ ਲਾਈਨ ਹੈਗੀ ਆ 1558 to 1603 ਐਂਡ ਸੈਕਿੰਡ ਪੁਆਇੰਟ ਇਜ਼ ਕਿ ਇਹਨੂੰ ਐਲੀਜ਼ਾਬੇਥ ਏਜ ਕਿਉਂ ਕਿਹਾ ਜਾਂਦਾ ਬਿਕੋਜ਼ ਇਸ ਟਾਈਮ 'ਤੇ ਜਿਹੜੀ ਕੁਈਨ ਐਲੀਜ਼ਾਬੇਥਨ ਫਸਟ ਉਹਨਾਂ ਦਾ ਰੂਲ ਸੀਗਾ ਐਂਡ ਉਹ ਟਿਊਡਰ ਡਾਇਨੈਸਟੀ ਨੂੰ ਬਿਲੋਂਗ ਕਰਦੇ ਸੀ। ਥਰਡ ਮੇਨ ਪੁਆਇੰਟ ਇਹਦੇ ਵਿੱਚ ਹੈਗਾ ਕਿ ਜਿਹੜੀ ਐਲੀਜ਼ਾਬੇਥਨ ਏਜ ਹੈ ਇਹਨੂੰ ਸ਼ੇਕਸਪੀਰੀਅਨ ਏਜ ਹੀ ਕਿਹਾ ਜਾਂਦਾ ਬਿਕੋਜ਼ ਇਸ ਟਾਈਮ 'ਤੇ ਜਿਹੜੇ ਫੇਮਸ ਪੋਇਟ ਹੋਇਆ ਇੰਗਲਿਸ਼ ਲਿਟਰੇਚਰ ਦੇ ਸ਼ੇਕਸਪੀਰੀਅਨ ਉਹ ਇਸੇ ਏਜ ਨੂੰ ਬਿਲੋਂਗ ਕਰਦੇ ਸੀ। ਹੁਣ ਆਪਾਂ ਐਲੀਜ਼ਾਬੇਥਨ ਏਜ ਦੇ ਕੁਛ ਮੇਨ ਪੁਆਇੰਟਸ ਹੋਰ ਡਿਸਕਸ ਕਰ ਲੈਂਦੇ ਹਾਂ ਕਿ ਇੱਕ ਤਾਂ ਐਲੀਜ਼ਾਬੇਥਨ ਏਜ ਨੂੰ ਇੰਗਲਿਸ਼ ਲਿਟਰੇਚਰ ਦੀ ਜਿਹੜੀ ਮਤਲਬ ਕਿ ਗੋਲਡਨ ਏਜ ਕਿਹਾ ਜਾਂਦਾ। ਗੋਲਡਨ ਏਜ ਇਹਨੂੰ ਕਿਉਂ ਕਿਹਾ ਜਾਂਦਾ ਸਮਟਾਈਮਸ ਈਵਨ ਇਫ ਦੇ ਆਸਕ ਇਹਦਾ ਮੇਨ ਰੀਜ਼ਨ ਹੈ ਕਿ ਇੱਕ ਤਾਂ ਇਸ ਟਾਈਮ ਦੇ ਵਿੱਚ ਜਿਹੜੀ ਇੰਟਰਨਲ ਪੀਸ ਸੀਗੀ ਜਦੋਂ ਇੰਟਰਨਲ ਪੀਸ ਹੁੰਦੀ ਆ ਉਦੋਂ ਕੀ ਹੁੰਦਾ ਕਿ ਇਨਸਾਨ ਕੋਈ ਵੀ ਇਨਸਾਨ ਆ ਜਦੋਂ ਉਹਦੇ ਆਲੇ ਦੁਆਲੇ ਪੀਸ ਆ ਤਾਂ ਉਹ ਚੰਗੀ ਤਰ੍ਹਾਂ ਫੋਕਸ ਕਰ ਪਾਉਂਦਾ ਜੋ ਵੀ ਇਹਦਾ ਕੰਮ ਹੈ। ਦੈਟਸ ਵਾਈ ਇਸ ਟਾਈਮ ਦੇ ਉੱਤੇ ਚੰਗੀ ਤਰ੍ਹਾਂ ਵਰਲਡ ਲੈਵਲ 'ਤੇ ਐਕਸਪਲੋਰੇਸ਼ਨ ਹੋਈ, ਨਵੀਆਂ ਨਵੀਆਂ ਇਨਵੈਂਸ਼ਨਸ ਹੋਈਆਂ, ਲੋਕਾਂ ਨੇ ਨਵੇਂ ਨਵੇਂ ਐਕਸਪੈਰੀਮੈਂਟ ਕੀਤੇ। ਦੈਟਸ ਵਾਈ ਇਹਦੇ ਨਾਲ ਨਾਲ ਹੀ ਫਿਰ ਲਿਟਰੇਚਰ ਦੇ ਵਿੱਚ ਵੀ ਚੰਗੀ ਮਤਲਬ ਅਚੀਵਮੈਂਟ ਹਾਸਲ ਕੀਤੀ ਜਿਹੜੇ ਪੋਇਟਸ ਵਗੈਰਾ ਸੀਗੇ ਉਹਨਾਂ ਨੇ। ਦੈਟਸ ਵਾਈ ਆਪਾਂ ਇਹਨੂੰ ਗੋਲਡਨ ਏਜ ਕਹਿੰਦੇ ਹਾਂ ਇੰਗਲਿਸ਼ ਲਿਟਰੇਚਰ ਦੇ ਵਿੱਚ। ਅਤੇ ਇਹਦੇ ਵਿੱਚ ਜਿਹੜੀਆਂ ਲਿਟਰੇਚਰ ਦੇ ਵਿੱਚ ਮੇਨ ਮੋਸਟਲੀ ਪੋਇਟਰੀ ਲਿਖੀ ਗਈ। ਪੋਇਟਰੀ ਦੇ ਵਿੱਚ ਸੋਨੈਟਸ ਆ ਜਾਂਦੀਆਂ, ਸਪੈਂਸੇਰੀਅਨ ਸਟੈਂਜਾਸ ਆ ਜਾਂਦੇ ਆ, ਡਰਾਮੈਟਿਕ ਲਿਖੇ ਗਏ। ਡਰਾਮੈਟਿਕ ਦੇ ਵਿੱਚ ਜਿਹੜੀ ਮੇਨ ਫੇਮਸ ਹੋਈ ਉਹ ਬਲੈਂਕ ਵਰਸ ਦੇ ਵਿੱਚ ਲਿਖੇ ਗਏ ਆ। ਫਿਰ ਹਿਸਟੋਰੀਕਲ ਕ੍ਰੋਨਿਕਲਸ ਲਿਖੇ ਗਏ ਮਤਲਬ ਕੁਛ ਰਾਜਿਆਂ ਦੇ ਬਾਰੇ ਜਾਂ ਕਿਸੇ ਹੋਰ ਕਿੰਗਡਮਸ ਦੇ ਬਾਰੇ ਜਾਂ ਕਿਸੇ ਇੱਕ ਅੱਧੇ ਕਿਸੇ ਰਿਲੀਜਨ ਨੂੰ ਲੈ ਕੇ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹਨੂੰ ਇੱਕ ਮਤਲਬ ਕ੍ਰੋਨਿਕਲ ਆਰਡਰ ਦੇ ਵਿੱਚ ਲਿਖਿਆ ਗਿਆ। ਪੈਂਫਲੇਟਸ ਡਿਵਾਈਡ ਕੀਤੇ ਗਏ, ਪੈਂਫਲੇਟਸ ਨੂੰ ਲਿਖ ਲਿਖ ਕੇ ਵੰਡਿਆ ਗਿਆ। ਲਿਟਰੇਚਰ ਦਾ ਕ੍ਰਿਟੀਸਿਜ਼ਮ ਵੀ ਕਾਫੀ ਲੈਵਲ 'ਤੇ ਹੋਇਆ, ਉਹ ਇਸ ਤਰ੍ਹਾਂ ਲਿਟਰੇਰੀ ਕ੍ਰਿਟੀਸਿਜ਼ਮ ਨੂੰ ਲਿਖਿਆ ਗਿਆ। ਐਂਡ ਹੁਣ ਆਪਾਂ ਜਿਹੜਾ ਮੇਨ ਆਪਣਾ ਟੋਪਿਕ ਹੈ ਇਹਦੇ ਵਿੱਚ ਜਿਹੜੇ ਆਪਣੇ ਰਾਈਟਰਸ ਨੇ ਜਿਹੜੇ ਤਿੰਨ ਆਪਣੇ ਰਾਈਟਰ ਦਿੱਤੇ ਹੋਏ ਨੇ ਸਿਲੇਬਸ ਦੇ ਵਿੱਚ ਐਲੀਜ਼ਾਬੇਥਨ ਏਜ ਦੇ ਕ੍ਰਿਸਟੋਫਰ ਮਾਰਲੋਵ, ਸ਼ੇਕਸਪੀਅਰ ਐਂਡ ਦੀ ਐਡਮੰਡ ਸਪੈਂਸਰ। ਅੱਜ ਆਪਾਂ ਕ੍ਰਿਸਟੋਫਰ ਮਾਰਲੋਵ ਦੇ ਬਾਰੇ ਪੜ੍ਹਾਂਗੇ। ਨਾਓ ਕ੍ਰਿਸਟੋਫਰ ਮਾਰਲੋਵ ਫਸਟ ਆਫ ਆਲ ਤਾਂ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਕਈ ਵਾਰ ਪੇਪਰ ਦੇ ਵਿੱਚ ਪੁੱਛ ਲੈਂਦੇ ਆ। ਕ੍ਰਿਸਟੋਫਰ ਮਾਰਲੋਵ ਦਾ ਜਿਹੜਾ ਬਰਥ ਹੈ ਉਹ ਹੋਇਆਗਾ 26 ਫੈਬਰੀ 1564 ਐਂਡ ਇਹਨਾਂ ਦੀ ਜਿਹੜਾ ਡੈਥ ਈਅਰ ਹੈ ਦੈਟ ਇਜ਼ 1903 AD। ਮੇਨ ਇੰਪੋਰਟੈਂਟ ਕੁਐਸਚਨ ਜਿਹੜਾ ਇਹਨਾਂ ਬਾਰੇ ਆ ਜਾਂਦਾ ਉਹ ਇਹ ਹੈ ਕਿ ਇਹਨਾਂ ਨੂੰ ਇੰਗਲਿਸ਼ ਜਿਹੜੇ ਲਿਟਰੇਚਰ ਉਹਦੇ ਵਿੱਚ ਫਾਦਰ ਆਫ ਬਲੈਂਕ ਵਰਸ ਦੇ ਨਾਮ ਨਾਲ ਜਾਣਿਆ ਜਾਂਦਾ। ਹੀ ਇਜ਼ ਨੋਨ ਐਜ਼ ਦਾ ਫਾਦਰ ਆਫ ਬਲੈਂਕ ਵਰਸ ਡਰਾਮਾ। ਐਂਡ ਇਹਨਾਂ ਦਾ ਜਿਹੜਾ ਲਾਈਫ ਸਪੈਨ ਉਹ ਜਸਟ 29 ਈਅਰਸ ਦਾ ਹੀ ਹੈ ਮਤਲਬ ਇਹਨਾਂ ਦਾ ਮਰਡਰ ਹੋ ਗਿਆ ਸੀ। ਨੋਬਡੀ ਨੋਜ਼ ਵਾਈ and that's not of our interest and not an important topic, but he was murdered by somebody and a famous playwright ਹੋਇਆ। ਐਂਡ ਇਹਨਾਂ ਦੇ ਜਿਹੜੇ 7 ਫੇਮਸ ਵਰਕਸ ਨੇ ਜਿਹੜੇ ਆਪਣੇ ਸਿਲੇਬਸ ਦੇ ਵਿੱਚ ਮਤਲਬ ਹੈਗੇ ਨੇ ਪਰ ਆਪਾਂ ਨੂੰ ਕਰਨੇ ਵੀ ਨੇ, ਉਹਦੇ ਬਾਰੇ ਪੇਪਰ ਦੇ ਵਿੱਚ ਕੁਐਸਚਨਸ ਵੀ ਆਉਂਦੇ ਨੇ। ਉਸ ਤੋਂ ਪਹਿਲਾਂ 7 ਇਹਨਾਂ ਦੇ ਫੇਮਸ ਵਰਕਸ ਨੂੰ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦੇ ਬਾਰੇ ਕੁਛ ਮੇਨ ਇੰਪੋਰਟੈਂਟ ਜਿਹੜੀਆਂ ਗੱਲਾਂ ਉਹ ਡਿਸਕਸ ਕਰ ਲੈਂਦੇ ਹਾਂ। ਕ੍ਰਿਸਟੋਫਰ ਮਾਰਲੋਵ ਜਿਹੜੇ ਨੇ ਇਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਸ਼ੂ ਮੇਕਰ ਸੀਗੇ। ਦੈਟ ਡਜ਼ ਨਾਟ ਮੀਨ ਕਿ ਇੱਕ ਆਮ ਮੋਚੀ ਸੀਗੇ, ਉਹ ਰੋਇਲ ਫੈਮਲੀਜ਼ ਦੇ ਲਈ ਸ਼ੂਜ਼ ਵਗੈਰਾ ਬਣਾਉਂਦੇ ਸੀਗੇ। ਦੈਟਸ ਵਾਈ ਹੀ ਬਿਲੋਂਗਸ ਟੂ ਏ ਰਿਚ ਫੈਮਲੀ। ਐਂਡ ਜਿਹੜੀ ਇਹਨਾਂ ਦੀ ਸਕੂਲਿੰਗ ਉਹ ਕਿੰਗ ਸਕੂਲ ਤੋਂ ਹੋਈ ਹੈ। ਉਸ ਤੋਂ ਬਾਅਦ ਇਹਨਾਂ ਨੇ ਆਪਦੀ ਜਿਹੜੀ ਬੈਚਲਰਸ ਅਤੇ ਮਾਸਟਰਸ ਦੀ ਡਿਗਰੀ ਆ ਉਹ ਕੈਂਬਰਿਜ ਯੂਨੀਵਰਸਿਟੀ ਤੋਂ ਕੀਤੀ ਹੈ। ਸੋ ਇਹ ਤਾਂ ਆਪਾਂ ਇਹਨਾਂ ਦੀਆਂ ਜਿਹੜੀਆਂ ਬੇਸਿਕ ਇਹਨਾਂ ਦੀਆਂ ਲਾਈਫ ਬਾਰੇ ਗੱਲਾਂ ਕੀਤੀਆਂ। ਹੁਣ ਆਪਾਂ ਇਹਨਾਂ ਦੇ ਜਿਹੜੇ ਰਾਈਟਿੰਗ ਕਰੀਅਰ ਉਹਦੇ ਵਿੱਚ ਇਹਨਾਂ ਨੇ ਕੀ ਕੁਛ ਕਰਿਆ ਉਹਦੇ ਉੱਤੇ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਇਹਨਾਂ ਨੇ ਮੋਸਟਲੀ ਕਿ ਓਨਲੀ ਹੀ ਰੋਟ ਓਨਲੀ ਟ੍ਰੈਜਡੀਜ਼, ਉਹਨਾਂ ਨੇ ਸਿਰਫ ਟ੍ਰੈਜਡੀਜ਼ ਹੀ ਲਿਖੀਆਂ ਨੇ। ਐਂਡ ਜਿਹੜਾ ਉਹਨਾਂ ਦਾ ਮੇਨ ਜਿਹੜਾ ਉਹਨਾਂ ਦਾ ਰਾਈਟਿੰਗ ਸਟਾਈਲ ਸੀਗਾ ਉਹ ਸੀਗਾ ਬਲੈਂਕ ਵਰਸ, ਅਤੇ ਉਹਨਾਂ ਨੇ ਇਸੇ ਨੂੰ ਹੀ ਪੋਪੂਲਰਾਈਜ਼ ਕੀਤਾ। ਅਤੇ ਉਹਦੇ ਵਿੱਚ ਵੀ ਉਹਨਾਂ ਦੀ ਇੱਕ ਮੇਨ ਜਿਹੜਾ ਰਾਈਟਿੰਗ ਪੈਟਰਨ ਸੀ ਦੈਟ ਇਜ਼ ਨੋਨ ਐਜ਼ ਡੈਕਾ ਸਿਲੇਬਲਸ। ਇਸ ਲਈ ਉਹਨਾਂ ਨੇ ਜਿੰਨੇ ਵੀ ਆਪਦੇ ਡਰਾਮਾਸ ਲਿਖੇ ਉਹਨਾਂ ਨੂੰ ਡੈਕਾ ਸਿਲੇਬਲਸ ਦੇ ਪੈਟਰਨ ਦੇ ਵਿੱਚ ਲਿਖਿਆ ਗਿਆ। ਐਂਡ ਜਿਹੜਾ ਇਹਨਾਂ ਦਾ ਰਾਈਟਿੰਗ ਦਾ ਸਟਾਈਲ ਸੀਗਾ ਲਿਖਣ ਦਾ ਉਹਨੂੰ ਇੱਕ ਇੰਗਲਿਸ਼ ਹੋਰ ਫੇਮਸ ਰਾਈਟਰ ਨੇ ਬੈਨ ਜੌਨਸਨ, ਉਹਨਾਂ ਨੇ ਇਹਨੂੰ ਨਾਮ ਦਿੱਤਾ ਗਿਆ ਮਾਰਲੋਵ ਮਾਈਟੀ ਲਾਈਨਸ ਬਿਕੋਜ਼ ਇਹਨਾਂ ਦਾ ਜਿਹੜਾ ਰਾਈਟਿੰਗ ਸਟਾਈਲ ਸੀ ਉਹ ਡਿਫਰੈਂਟ ਸੀਗਾ। ਆਪਣੇ ਪੇਪਰ ਦੇ ਵਿੱਚ ਇੱਕ ਟਰਮਸ ਹੋਰ ਦਿੱਤਾ ਹੋਈਆਂ
कि आप लिटरेरी टर्म्स भी डिस्कस करनी आ तो वो इंपॉर्टेंट बन जाता कि डैका सैलेबल्स की होंगे। डैका सैलेबल्स वो होंगे जिहदे कोई भी जी पोइट्री हो 10 वर्ड्स के नाल लिखी जाती है, जिहदे कि 5 लाइन के 2 पेयर बनते हैं तो टोटल वो 10 सैलेबल्स होंगे। एंड एक इंपॉर्टेंट पॉइंट है इन्हों की लाइफ के ही क्रिस्टोफर मार्लोव दे इन्होंने एक 6+1 7 मैंबर का एक ग्रुप सीगा दैट इज़ नोन एज यूनीवर्सिटी विट्स। 16th सेंचुरी के जिन्ने भी राइटर सीगे उन्होंने जोड़े प्ले राइटर सीगे उन्होंने आपका एक ग्रुप बनाया होया सीगा ते ही वाज द वन ऑफ दैम। सो ये उस ग्रुप में बिलोंग करते सी। मैं तुहानूं लास्ट ते दस दांगी तो वो किहड़े मैंबर होंगे। हुण आपां इन्हां दे मेन जोड़े वर्कस ने जोड़े अपने पेपर के आ जाते उन्होंने डिस्कस कर लेने। इन्हां दा एक फर्स्ट मेन वर्क है इन्हां दा टम्बरलेन दी ग्रेट 1, सैकेंड है टम्बरलेन दी ग्रेट 2, थर्ड इज़ द एडवर्ड दी सैकेंड, द जू ऑफ माल्टा, मैसेकेयर एट पैरिस, डॉक्टर फॉस्टस एंड द डाइडो। जोड़ा टम्बरलाइन दी ग्रेट 1 एंड 2 है इन्हां दे सब तो पहला यही लिखा गया सी, ये पब्लिश होया सी 1590 AD दे विच ते इन्हां दा फर्स्ट वर्क है। तो जोड़ा फर्स्ट पार्ट है ग्रेट 1 इन्हां दी लाइफ टाइम दे विच पब्लिश भी हो गया सी ते नाल दी नाल स्टेज ते भी प्ले किया गया सी। तो ये बाकी जोड़े इन्हां दे प्लेज ने उन्हां दी लाइफ टाइम दे विच मतलब ऑन स्टेज पब्लिश नहीं सी कीते गए, वो इन्हां दी डैथ तो बाद होए। ये तो जोड़े इन्हां दे 7 आपां जोड़े फेमस है वो प्लेज आपां डिस्कस कर लिए ने भी ये इन्हां ने लिखे है, बट जी इन्होंने मेन डिटेल डिस्कशन वो आप नैक्सट वीडियो के कर लाँगे। एज अ पोइट इन्होंने जो कुछ कर मैं तुम्हें दस देनी है। एज अ पोइट ही रोट द पैशनेट शेपहार्ड टू हिज लव, इन्होंने एक पोइम लिखी है तो वो जी फेमस लाइन वो आती है कम विद मी एंड बी माई लव। तो जी पोइम है इन्होंने पैस्ट्रोल स्टाइल के लिखी हुई है। अगेन इंपॉर्टेंट क्वेश्चन है पेपर के आ जाता कि वट इज़ पैस्ट्रोल स्टाइल। पैस्ट्रोल स्टाइल वो होंगे जिहदे विच एक पेंडू कल्चर के बारे, खुलियां हवावां खुले मैदानों बारे, किदां दी हवा चलती सी, किदां उत्थे पानी वग रहा सी, किदां दा मतलब जिहड़ा पैस्चर है जिथे जिहड़े शिपहार्ड ने भेडां चराउण जांदे आ उदां दा जिहड़ा उहदा मतलब आस पास का जिहड़ा एरिया वो किदां दा। ये मोस्टली जिहड़ी अर्बन ऑडियंस सी क्योंकि उन्होंने जिहड़ा पिंडां दा जिहड़ा एरिया है जां जिहड़े पैस्चर लैंड है उन्होंने तो कदे वेखे नहीं हुंदे। सो उस टाइम दी जिहड़ी अर्बन ऑडियंस सी उन्होंने जिहड़े मतलब जोड़ा शिपहार्ड के पैस्चर जोड़े कल्चर से वो बारे जी जानकारी देने के लिए इन्होंने जी पैस्ट्रोल स्टाइल के पोइम लिखी गई है। ये जी नेचर है उन्होंने एक्सप्लेन किया जाता है कि सो दैट ऑडियंस कैन फील के वट काइंड ऑफ इन्वायरमेंट इज सराउंडिंग हैव। तो इस पोइम के उत्ते इन्हों की तो जी जॉन डॉन हुए ने इंग्लिश मतलब ये भी एक पोइट हुए ने, इन्होंने इस पोइम की इन्हों की लाइन जी कम विद मी एंड बी माई लव तो लैके इन्हों की ओपनिंग लाइन सेम ली है उन्होंने भी। उन्होंने आपकी पोइम लिखी है द बेट, ये भी पेपर के कई बार क्वेश्चन आ जाता है। एंड मोस्ट इंपॉर्टेंट थिंग जी है वो ये है कि जी इन्होंने पोइम लिखी सी द पैशनेट शिपहार्ड टू हिज लव, वो एक रिप्लाई किया गया, वो रिप्लाई किया गया सर वॉल्टर रेले, उन्होंने भी ये रिप्लाई के एक पोइम लिखी है। उन्होंने जी पोइम वो नाम है द निम्फ्स रिप्लाई टू द शिपहार्ड। इन्हों की सैकेंड मोस्ट इंपॉर्टेंट जी पोइम है वो है हीरो एंड लिएंडर बारे। हीरो एंड लिएंडर जी इन्होंने पोइम वो इन्होंने कंप्लीट नहीं सी की, तो इस पोइम जो कंप्लीट हो जॉर्ज चॉपमैन जिन्होंने होमर की ट्रांसलेशन की सो उन्होंने कंप्लीट किया। ये होंगे कि एक हीरो होंगी है, प्रीस्ट होंगी है, प्रीस्टैस होंगी है वीनस की, तो जोड़ा लिएंडर होंगे उन्होंने वो प्यार हो जाता है तो उन्होंने विचाले एक हैल्स पॉइंट होंगे कि सी होंगे जिन्होंने हैल्स पॉइंट बोलते हैं, तो उन्होंने मिलन के लिए उन्होंने सी में स्विम करके मतलब उन्होंने मिलन लिए जाता। तो ये बारे बस उन्होंने रोमांटिक स्टोरी है भी किदा प्यार के जो भी उन्होंने डिफिकल्टीज़ वगैरह आदि वो बारे दसिया गया। एंड जी मेन अगला इन्हों का वर्क जोड़ा है वो इन्होंने एज अ ट्रांसलेटर भी काम किया। इन्होंने 2 जो वर्कस और ट्रांसलेट किए, एक तो है लुकन्स फारसलिया एंड द सैकेंड वन इज़ ओविड्स अमोर्स। हुण आप इन्हों एज अ पोइट भी आप इन्हों की गल कर ली, एज अ ट्रांसलेटर भी गल कर ली और एज अ ड्रामेटिस्ट भी गल कर चुके हैं। एज अ ड्रामेटिस्ट ज़्यादा फेमस होया बिकॉज ही इज़ नोन एज दी फादर ऑफ ब्लैंक वर्स ड्रामा, क्योंकि इन्होंने 7 मतलब प्ले लिखे सी। उन्होंने आप लेट थोड़ा जा कुछ मैं तुम्हें इंपॉर्टेंट पॉइंट दस दें, उस तो बाद उन्होंने आप डिटेल के डिस्कस कर लें। नाउ मैं तुम्हें 1-2 पॉइंट्स होर दस दें। हाँ मैं तुम्हें दसिया कि जो यूनीवर्सिटी विट्स से जो 7 मैंबर से उन्होंने एक मैंबर ये भी ने, तो वो जो 3 मैंबरस ने वो ऑक्सफोर्ड यूनीवर्सिटी तो पढ़े हुए हैं, तो 3 कैम्ब्रिज यूनीवर्सिटी तो पढ़े हुए हैं, तो एक किसी भी यूनीवर्सिटी तो नहीं पढ़े हुए। इन्होंने दोवों जो थॉमस किड ने वो किसी यूनीवर्सिटी में बिलोंग नहीं करते, तो ऑक्सफोर्ड यूनीवर्सिटी तो पढ़े हुए हैं जॉन लिली, थॉमस लॉज, जॉर्ज पीले। एंड कैम्ब्रिज यूनीवर्सिटी तो पढ़े हुए हैं क्रिस्टोफर मार्लोव, रॉबर्ट ग्रीन एंड थॉमस नशे।
हाँ जी, सो हुण आपां इन्हां दे मतलब जिहड़ा मेन शॉर्ट दे विच इन्हां नूं डिस्कस कर लिया कि इन्हां ने वर्क लिखे गए सीगे, ते ताकि वीडियो ज़्यादा लैंदी ना हो जे, इसलिए आपां जिहड़े इन्हां दे नैक्सट जिहड़े इन्हां दे प्लेज ने उहदे विच जिहड़े इंपॉर्टेंट क्वेश्चनस आ जांदे ने जां जो भी उन्हां दे करैक्टर्स वगैरह पेपर दे विच पुੱਛ लए जांदे ने उन्हां नूं आपां नैक्सट वीडियो दे विच डिस्कस कर लांगे। एंड अगर किसी नूं भी कोई इंक्वायरी हुई तो यू कैन WhatsApp मी ऑन माई नंबर 6280171947। अगर किसी नूं हैंड रिटन नोट्स भी चाहिए होए, those also can contact me. Thank you very much.